ਭੇਦ। ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਦੂਰ ਸਾਰੇ ਸੰਸਾਰ ਦੇ ਵਿੱਚ ਪਾਪਾਂ ਦੀ ਇਹ ਨਦੀ ਹੈ ਅਤੇ ਪਾਪਾਂ ਦੀ ਨਦੀ ਦੇ ਐਨ ਵਿਚਕਾਰ ਕੋਈ ਆ ਕੇ ਹੰਸ ਬੈਠ ਜਾਏ। ਕਾਲੇ ਧੁੰਦਲੇ ਗੰਧਲੇ ਪਾਣੀ ਦੇ ਵਿੱਚ ਕੋਈ ਹੰਸ ਬੈਠਾ ਹੋਵੇ ਅਤੇ ਉਹ ਦੂਰੋਂ ਹੀ ਜਾਗਦਾ, ਦੂਰੋਂ ਹੀ ਦਿਖਾਈ ਦਿੰਦਾ, ਆਪਣਾ ਧਿਆਨ ਆਕਰਸ਼ਿਤ ਕਰਦਾ। ਐਵੇਂ ਇਹ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਇਲਾਹੀ ਬਾਣੀ ਹੈ ਜੀ। ਖੇਦੋ ਚੰਦ ਚਾਂਦਨੀ ਸੀ ਮੋਹ ਮਾਗ ਮੰਦਨੀ ਹੈ, ਹਿਰਦੇ ਕੀ ਆਨੰਦਨੀ ਸਦੀਵ ਸੁਖ ਦਾਨੀ ਹੈ। ਕਹਿੰਦੇ ਕਿ ਜਿਵੇਂ ਚੰਦ ਦੀਆਂ ਰਿਸ਼ਮਾਂ ਹਨ, ਠੰਡੀਆਂ ਕਿਰਨਾਂ ਉਹ ਜਿਸ ਦੇ ਵੀ ਮਸਤਕ 'ਤੇ ਪੈਂਦੀਆਂ ਹਨ ਠੰਡ ਦਾ ਅਹਿਸਾਸ ਹੋ ਜਾਂਦਾ ਹੈ। ਜਿਵੇਂ ਬੱਦਲਾਂ ਦੇ ਅੰਦਰ ਪਾਣੀ ਹੈ ਉਹ ਜਦੋਂ ਵਰਸਦਾ ਠੰਡ ਦਾ ਅਹਿਸਾਸ ਹੁੰਦਾ ਹੈ। ਐਵੇਂ ਹੀ ਇਹ ਹਿਰਦੇ ਨੂੰ ਸਦਾ ਆਨੰਦ ਦੇਣ ਵਾਲੀ ਆਨੰਦਿਤ ਬਾਣੀ ਹੈ ਜੀ। ਪ੍ਰੇਮ ਪਟ ਰਾਣੀ ਸਿਆਣੀ ਗਿਆਨ ਕੀ ਜਨਨ ਜਾਨੀ, ਗੁਨੀ ਪਨੀ ਬਾਨੀ ਦਾ ਕੀ ਗੁਰੂ ਗੁਰੂ ਬਾਣੀ ਹੈ। ਕਹਿੰਦੇ ਪ੍ਰੇਮ ਦੀ ਮਾਂ ਰਾਣੀ ਪਟਰਾਣੀ ਹੈ ਇਹ ਬਾਣੀ। ਇਸ ਬਾਣੀ ਦੇ ਅੰਦਰ ਜ਼ਰਰੇ ਜ਼ਰਰੇ ਦੇ ਵਿੱਚ ਪ੍ਰੇਮ ਦਰਜ ਕੀਤਾ ਹੋਇਆ ਹੈ। ਇਹ ਬਾਣੀ ਦੇ ਵਿੱਚ ਗੁਣਾਂ ਦਾ ਖਜ਼ਾਨਾ ਭਰਿਆ ਪਿਆ ਹੈ ਅਤੇ ਇਹ ਬਾਣੀ ਮੁਹੱਬਤ ਦੀ ਜਨਨੀ ਹੈ। ਇਹਦੇ ਅੰਦਰ ਮੁਹੱਬਤ ਦੀ ਪੈਦਾਇਸ਼ ਹੁੰਦੀ ਹੈ, ਗੁਣਾਂ ਦੀ ਪੈਦਾਇਸ਼ ਹੁੰਦੀ ਹੈ। ਸ਼ੁਭ ਕਰਮ ਇਹ ਬਾਣੀ ਨੂੰ ਪੜ੍ਹ ਕੇ ਵਿਅਕਤੀ ਦੇ ਅੰਦਰ ਜਨਮ ਲੈਂਦੇ ਹਨ। ਇਸ ਕਰਕੇ ਇਹ ਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਨਮਸਕਾਰ ਹੈ ਜੀ। ਚੌਪਈ ਰਹਿਣ ਲੱਗੇ ਗਤ ਦਾ ਤਲਵੰਡੀ, ਜਿਨ ਕੀ ਕੀਰਤ ਘਰ ਘਰ ਮੰਡੀ। ਅੱਗੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੁਬਾਰਕ ਇਤਿਹਾਸ ਬਿਆਨ ਕਰਦਿਆਂ ਮਹਾਂਕਵੀ ਸੰਤੋਖ ਸਿੰਘ ਜੀ ਦਰਜ ਕਰਦੇ ਹਨ ਕਿ ਸੁਲਤਾਨਪੁਰ ਲੋਧੀ ਤੋਂ ਆ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਣਾਂ ਦੇ ਮੁਜੱਸਮੇ, ਗੁਣਾਂ ਦੇ ਖਜ਼ਾਨੇ, ਦਿਆਲਤਾ ਦੇ ਘਰ ਉਹ ਤਲਵੰਡੀ ਵਿਖੇ ਵਸੇਬਾ ਕਰਨ ਲੱਗੇ। ਜਿਨ੍ਹਾਂ ਦੀ ਚਰਚਾ, ਜਿਨ੍ਹਾਂ ਦੇ ਗੁਣਾਂ ਦੀ ਮਹਿਮਾ, ਜਿਨ੍ਹਾਂ ਦੀ ਵਡਿਆਈ ਤਲਵੰਡੀ ਦੇ ਹਰ ਘਰ ਅੰਦਰ ਬਿਆਨੀ ਜਾ ਰਹੀ ਹੈ। ਤਲਵੰਡੀ ਦਾ ਹਰ ਵਿਅਕਤੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਪਮਾ ਕਰ ਰਿਹਾ ਹੈ ਜੀ। ਮਨੁਜ ਪਰਸ ਪਰ ਮਿਲੇ ਸਰਹਾਹੇ, ਮਹਿਰ ਮਰੂ ਸ੍ਰੀ ਗੁਣ ਅਵਗਾਹੇ। ਇੰਨੇ ਦਿਨ ਗੁਰੂ ਨਾਨਕ ਦੇਵ ਸਾਹਿਬ ਜੀ ਤਲਵੰਡੀ ਵਿਖੇ ਰਹੇ। ਤਲਵੰਡੀ ਦਾ ਹਰੇਕ ਵਿਅਕਤੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਆਉਂਦਾ ਹੈ, ਉਹਨਾਂ ਦੇ ਚਰਨਾਂ ਨੂੰ ਪਰਸਦਾ ਹੈ, ਉਹਨਾਂ ਦੇ ਅੱਗੇ ਨਮਸਕਾਰ ਕਰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਭਾ, ਉਹਨਾਂ ਦੀ ਵਡਿਆਈ ਤਲਵੰਡੀ ਦੇ ਹਰ ਘਰ ਅੰਦਰ ਕੀਤੀ ਜਾ ਰਹੀ ਹੈ ਜੀ। ਮధుਰ ਬਚਨ ਜਹ ਮ੍ਰਿਦਲ ਸੁਭਾਉ, ਮਦ ਤੇ ਆਦ ਕੋ ਕਰਮ ਨ ਕਾਊ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਹ ਮਰਦੁਲ ਬਚਨ ਬੋਲਦੇ ਹਨ। ਮਰਦੁਲ ਦਾ ਅਰਥ ਮਿੱਠੇ ਬਚਨ। ਗੁਰਬਾਣੀ ਦੇ ਅੰਦਰ ਵੀ ਸਾਧ ਸੰਗਤ ਬਚਨ ਆਉਂਦਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਪਰਮਾਤਮਾ ਦੀ ਬੋਲੀ ਉਹ ਮੁਹੱਬਤ ਦੇ ਨਾਲ ਸ਼ਰਸ਼ਾਰ ਲਬਰੇਜ਼ ਹੈ। ਪਰਮਾਤਮਾ ਦੀ ਬੋਲੀ ਦੇ ਅੰਦਰ ਕੋਈ ਵੀ ਕੌੜਾ ਵਾਕ, ਕੋਈ ਵੀ ਕੌੜਾ ਬਚਨ ਨਹੀਂ ਹੈ। ਪਰਮਾਤਮਾ ਦੀ ਬੋਲੀ ਦੇ ਅੰਦਰ ਮਿਠਾਸ ਹੈ। ਇਸੇ ਕਰਕੇ ਜਿਹੜਾ ਇਬਾਦਤ ਦੇ ਅੰਦਰ ਭਿੱਜ ਜਾਂਦਾ ਹੈ, ਪਰਮਾਤਮਾ ਦੇ ਨਾਮ ਅੰਦਰ ਜਿਸ ਵਿਅਕਤੀ ਦਾ ਮਨ ਭਿੱਜ ਜਾਂਦਾ ਹੈ, ਅਧਿਆਤਮ ਦੇ ਮੰਡਲਾਂ ਅੰਦਰ ਖੇਡਣ ਵਾਲਾ ਵਿਅਕਤੀ, ਉਹ ਕਦੀ ਵੀ ਕੌੜਾ ਬਚਨ ਆਪਣੀ ਜ਼ੁਬਾਨ ਤੋਂ ਨਹੀਂ ਬੋਲਦਾ। ਉਹਦੀ ਰਸਨਾ ਦੇ ਵਿੱਚ ਹਮੇਸ਼ਾ ਮਿਠਾਸ ਭਰੀ ਰਹਿੰਦੀ ਹੈ, ਮੁਹੱਬਤ ਭਰੀ ਰਹਿੰਦੀ ਹੈ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਦੇ ਉੱਪਰ ਹਮੇਸ਼ਾ ਹੀ ਮਿਠਾਸ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਹਮੇਸ਼ਾ ਹੀ ਪਿਆਰ ਹੈ, ਮਿਠਾਸ ਹੈ, ਠੰਡਕ ਭਰੀ ਹੋਈ ਹੈ। ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕਰਮ ਉਹ ਵੀ ਸੰਸਾਰ ਨੂੰ ਕਰੁਣਾ ਕਰਨ ਵਾਲੇ, ਬਖਸ਼ਿਸ਼ ਕਰਨ ਵਾਲੇ, ਦਇਆ ਕਰਨ ਵਾਲੇ ਹਨ ਜੀ। ਗੁਰੂ ਉਦਾਰ ਮਤ ਸੰਤ ਸਹੀਲਾ, ਕਰੁਣਾਵਾਨ ਸਰੂਪ ਸ਼ਬੀਲਾ। ਗੁਰੂ ਨਾਨਕ ਦੇਵ ਸਾਹਿਬ ਜੀ ਉਦਾਰਵੰਦ ਹਨ, ਉਧਾਰ ਕਰਨ ਵਾਲੇ ਹਨ, ਬਖਸ਼ਿੰਦ ਹਨ। ਉਹਨਾਂ ਦਾ ਸੰਤਾਂ ਵਰਗਾ ਸੁਭਾਅ ਹੈ। ਸੰਤਾਂ ਦਾ ਸੁਭਾਅ ਸਾਧ ਸੰਗਤ ਸੰਸਾਰ ਤੋਂ ਅਡਰਾ ਹੈ। ਸਾਹਿਬ ਨੇ ਬਾਣੀ ਅੰਦਰ ਵੀ ਬਚਨ ਦਰਜ ਕੀਤਾ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਬੇਸ਼ੱਕ ਅਧਿਆਤਮ ਦਾ ਮਾਰਗ ਜਿਹੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਿਖੜਾ ਮਾਰਗ ਕਿਹਾ। ਘਟ ਅਵ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਰਮਈਆ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ। ਇਹ ਇੱਕ ਕਠਨ ਮਾਰਗ ਹੈ। ਗੁਰ ਸਿੱਖੀ ਬਰੀਕ ਹੈ ਖੰਡੇ ਧਾਰ, ਗਲੀ ਅਤ ਭੀੜੀ ਉਥੇ ਨਾ ਟੇਕਹੀ ਪੁਣਹਾਣਾ, ਚੱਲ ਨਾ ਸਕੇ ਉੱਪਰ ਕੀੜੀ। ਇਹ ਵਿਖਮ ਮਾਰਗ ਹੈ, ਇਸ ਦੇ ਉੱਪਰ ਚੱਲਣਾ ਬੜਾ ਕਠਿਨ ਹੈ। ਪਰ ਜਿਹੜਾ ਅਧਿਆਤਮ ਦੇ ਮੰਡਲਾਂ ਦਾ
ਅਧਿਆਤਮ ਦੇ ਖੇਤਰ ਦਾ ਜਿਹੜਾ ਅਭਿਆਸੀ ਹੈ ਉਹਦੇ ਕਰਮ ਸੰਸਾਰ ਤੋਂ ਵੱਖਰੇ ਹੋ ਜਾਂਦੇ ਨੇ। ਉਹ ਸੰਸਾਰ ਤੋਂ ਵੱਖਰਾ ਜੀਵਨ ਜਿਉਂਦਾ ਹੈ। ਉਹਦਾ ਉੱਠਣਾ ਬੈਠਣਾ ਸੰਸਾਰ ਤੋਂ ਅਲੱਗ, ਮਿਲਣਾ ਵਰਤਣਾ ਬੋਲ ਚਾਲ ਸੰਸਾਰ ਤੋਂ ਅਲੱਗ ਹੋ ਜਾਂਦਾ ਹੈ। ਫਿਰ ਉਸ ਪਦਵੀ ਦੇ ਉੱਤੇ ਪਹੁੰਚੇ ਹੋਏ ਇਨਸਾਨ ਨੂੰ ਕਿਹਾ ਜਾਂਦਾ ਹੈ ਇਹ ਸੰਤ ਹੈ। ਸੰਤ ਦੀ ਪਦਵੀ ਪਰਮਾਤਮਾ ਦੀ ਪਦਵੀ ਦੇ ਤੁੱਲ ਮੰਨੀ ਗਈ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਤਾਰੀਫ ਪੜ੍ਹਦੇ ਹਾਂ, ਜਦੋਂ ਉਹਨਾਂ ਦੀ ਵਡਿਆਈ ਪੜ੍ਹਦੇ ਹਾਂ, ਉੱਥੇ ਵੀ ਅਸੀਂ ਇਹੀ ਬਚਨ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਕਾਲ ਪੁਰਖ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਰੂਪ ਅੰਦਰ ਸੰਸਾਰ ਵਿੱਚ ਆਇਆ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਸੁਭਾਵਕ ਹੈ ਸੰਸਾਰ ਤੋਂ ਅਡਰੀ ਚਾਲ, ਸੰਸਾਰ ਤੋਂ ਵੱਖਰਾ ਬੋਲ ਚਾਲ ਹੈ। ਇਸ ਕਰਕੇ ਮਹਾਂਕਵੀ ਸੰਤੋਖ ਸਿੰਘ ਜੀ ਜਿੱਥੇ ਉਹਨਾਂ ਦੇ ਸ਼ੈਲ ਸ਼ਬੀਲੇ ਹੋਣ ਦਾ ਵਚਨ ਦਰਜ ਕਰਦੇ ਹਨ ਕਿ ਕਰਨਾਵਾਨ ਸਰੂਪ ਸ਼ਬੀਲਾ, ਮਿਹਰ ਕਰਨ ਵਾਲਾ ਉਹਨਾਂ ਦਾ ਸੁੰਦਰ ਤੇ ਸ਼ਬੀਲਾ ਸਰੂਪ ਹੈ, ਉੱਥੇ ਉਹਨਾਂ ਦੇ ਸੁਭਾਅ ਦਾ ਜ਼ਿਕਰ ਕਰਦਿਆਂ ਵੀ ਆਖਦੇ ਹਨ ਕਿ ਉਹ ਸੰਤਾਂ ਵਰਗਾ ਸੁਭਾਅ ਰੱਖਦੇ ਹਨ, ਸਾਧੂਆਂ ਵਰਗਾ ਸੁਭਾਅ ਰੱਖਦੇ ਹਨ। ਭਾਵ ਕਿ ਉਹਨਾਂ ਦੇ ਹਰ ਵਚਨ ਅੰਦਰ ਬੜੀ ਨਿਮਰਤਾ ਹੈ, ਉਹਨਾਂ ਦੇ ਹਰ ਕਰਮ ਅੰਦਰ ਉਪਕਾਰ ਹੈ ਜੀ। ਵਿਸ਼ੇ ਬਾਸਨਾ ਕੀ ਜਰ ਨਾਸੀ, ਹਰਖ ਸੋਗ ਤੇ ਹਿਰਦਾ ਉਦਾਸੀ। ਜਿਵੇਂ ਕੋਈ ਸਾਧੂ, ਉਹਦਾ ਮਨ ਉਹ ਹਰਖ ਤੇ ਸੋਗ, ਸੁੱਖ ਤੇ ਦੁੱਖ ਤੋਂ ਉਪਰਾਮ ਹੁੰਦਾ ਹੈ, ਉਹ ਇਹਨਾਂ ਗੱਲਾਂ ਤੋਂ ਉੱਪਰ ਹੋਇਆ ਹੁੰਦਾ ਹੈ। ਹਰਖ ਸੋਗ ਉਹਦੇ ਮਨ ਨੂੰ ਵਿਆਪਦਾ ਨਹੀਂ ਹੈ। ਅਤੇ ਕਿਸੇ ਸਾਧੂ ਦੇ ਮਨ ਦਾ ਇਹ ਵੀ ਸੁਭਾਅ ਹੈ ਕਿ ਉਹਦੇ ਮਨ ਅੰਦਰ ਵਿਕਾਰ ਬਿਲਕੁਲ ਨਹੀਂ ਹੁੰਦੇ। ਵਿਕਾਰਾਂ ਦੀ ਜੜ ਉਹਨੇ ਪੁੱਟ ਕੇ ਸੁੱਟ ਦਿੱਤੀ ਹੁੰਦੀ ਹੈ। ਉਹਦੇ ਮਨ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੇ ਵਿਕਾਰ ਉਹਨੂੰ ਤੰਗ ਨਹੀਂ ਕਰਦੇ। ਮਨ ਉਹਦੇ ਵਸ ਵਿੱਚ ਆਇਆ ਹੁੰਦਾ ਹੈ। ਜਿਵੇਂ ਸੰਸਾਰ ਨੂੰ ਜਿੱਤਣਾ ਸਾਧ ਸੰਗਤ ਬੜਾ ਔਖਾ ਹੈ, ਉਵੇਂ ਮਨ ਨੂੰ ਵੀ ਜਿੱਤਣਾ ਬਹੁਤ ਔਖਾ ਹੈ। ਪਰ ਜਿਹੜੇ ਅਧਿਆਤਮ ਦੇ ਅਨੰਨ ਸੇਵਕ ਨੇ, ਅਧਿਆਤਮ ਦੇ ਖੇਤਰ ਅੰਦਰ ਵਿਚਰਦੇ ਨੇ, ਮਨ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਉਹਨਾਂ ਦੇ ਮਨ ਦੀ ਇਹ ਬਿਰਤੀ ਹੈ, ਸੁਭਾਅ ਦਾ ਇਹ ਹਿੱਸਾ ਹੈ ਕਿ ਉਹਨਾਂ ਦੇ ਮਨ ਅੰਦਰ ਪਾਪ ਦੀ ਜੜ, ਵਿਕਾਰਾਂ ਦੀ ਜੜ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਉਹਨਾਂ ਦੇ ਮਨ ਅੰਦਰ ਸਦਾ ਹੀ ਉਧਾਰ ਚਿੱਤਤਾ ਰਹਿੰਦੀ ਹੈ। ਹਰਕ ਸੋਗ ਤੋਂ ਉਹ ਉਪਰਾਮ ਹੋ ਜਾਂਦੇ ਹਨ। ਐਸਾ ਹੀ ਸੁਭਾਅ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ ਜੀ। ਪੁਰ ਸੁਲਤਾਨਹਿ ਜਾਹੇ ਕਮਾਈ, ਕਰੀ ਆਦਿਕ ਜਹ ਤੋਟ ਨ ਕਾਈ। ਉਹਨਾਂ ਨੇ ਸੁਲਤਾਨਪੁਰ ਲੋਧੀ ਅੰਦਰ ਜਾ ਕੇ ਕਮਾਈ ਕੀਤੀ, ਸੰਸਾਰੀ ਤੌਰ 'ਤੇ ਵੀ ਕਮਾਈ ਕੀਤੀ ਔਰ ਅਧਿਆਤਮਕ ਤੌਰ 'ਤੇ ਵੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਅੰਦਰ ਰਹਿ ਕੇ ਕਮਾਈ ਕੀਤੀ। ਇੰਨੀ ਕਮਾਈ ਕੀਤੀ ਕਿ ਧਨ ਦੀ ਕਦੀ ਵੀ ਤੋਟ ਨਹੀਂ ਆਈ ਹੈ ਜੀ। ਦਇਓ ਦਾਨ ਦੀਨਨ ਤਨ ਪੂਰੀ, ਪਸਰੀ ਕੀਰਤ ਜਹ ਤਹਿਰੂਰੀ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਦੇ ਅੰਦਰ ਇਹ ਬੜਾ ਸਵਾਦਲਾ ਪ੍ਰਸੰਗ ਹੈ ਸਾਧ ਸੰਗਤ, ਜਿੱਥੇ ਸਾਹਿਬ ਕਮਾਲ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਕਿਰਤ ਕਰਦੇ ਹਨ, ਮੋਦੀ ਖਾਨੇ ਦੀ ਕਾਰ ਕਰਦੇ ਹਨ, ਕਮਾਈ ਕਰਦੇ ਹਨ। ਉੱਥੇ ਆਸ-ਪਾਸ ਦੇ ਜਿਤਨੇ ਵੀ ਗਰੀਬ ਹਨ, ਲੋੜਵੰਦ ਹਨ, ਉਹਨਾਂ ਨੂੰ ਦਿਲ ਖੋਲ੍ਹ ਕੇ ਆਪਣੀ ਬਚਤ ਦੇ ਵਿੱਚੋਂ ਦਾਨ ਵੀ ਕਰਦੇ ਹਨ। ਕੋਈ ਵੀ ਅਭਲਾਖਾ ਲੈ ਕੇ, ਕੋਈ ਵੀ ਆਸਵੰਦ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਆਉਂਦਾ ਹੈ, ਜਿਹੋ ਜੀ ਕਿਸੇ ਦੀ ਆਸ ਹੈ, ਉਹੋ ਜੀ ਰਹਿਮਤ, ਉਹੋ ਜੀ ਬਖਸ਼ਿਸ਼ ਗੁਰੂ ਨਾਨਕ ਦੇਵ ਜੀ ਪਾਸੋਂ ਉਹ ਪ੍ਰਾਪਤ ਕਰਕੇ ਜਾਂਦਾ ਹੈ। ਮਹਾਕਵੀ ਜੀ ਦਰਜ ਕਰਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿਓ ਦਾਨ ਦੀਨਨ ਧਨ ਪੂਰੀ, ਗਰੀਬਾਂ ਨੂੰ ਬੜਾ ਦਾਨ ਦਿੱਤਾ। ਜਿਤਨੇ ਵੀ ਗਰੀਬ ਗੁਰੂ ਨਾਨਕ ਦੇਵ ਜੀ ਪਾਸ ਆਉਂਦੇ ਸਾਹਿਬ ਉਹਨਾਂ ਨੂੰ ਦਾਨ ਦਿਆ ਕਰਦੇ। ਇਸ ਕਰਕੇ ਉਹਨਾਂ ਦੀ ਸਿਫਤੋ ਸਲਾਹਨ, ਉਹਨਾਂ ਦੀ ਕੀਰਤੀ, ਉਹਨਾਂ ਦੀ ਵਡਿਆਈ ਹਰ ਪਾਸੇ ਪਸਰ ਗਈ ਹੈ ਜੀ। ਅਸ ਪ੍ਰਕਾਰ ਨਿਜ ਜਸ ਵਿਸਤਾਰਾ, ਬਸੇ ਮਾਸ ਇਕ ਮੋਖ ਉਦਾਰਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਉਹ ਤਲਵੰਡੀ ਅੰਦਰ ਵੀ ਪਸਰਿਆ ਹੋਇਆ ਹੈ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ 1 ਮਹੀਨਾ ਜਾ ਕੇ ਰਹਿ ਕੇ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਨ ਜੀ। ਪੁਨ ਗਮਨਨ ਕੀ ਕੀਨੀ ਤਿਆਰੀ, ਮਿਲਨ ਬੁਲਾ ਰਹੇ ਪ੍ਰੀਤ ਵਿਚਾਰੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ 1 ਮਹੀਨਾ ਆਪਣੇ ਨਗਰ ਅੰਦਰ ਸੁਲਤਾਨਪੁਰ ਲੋਧੀ ਤੋਂ ਆ ਕੇ ਰਹਿਣਾ ਕੀਤਾ ਔਰ 1 ਮਹੀਨੇ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਵਾਪਸ ਜਾਣ ਦੀ ਤਿਆਰੀ ਕੀਤੀ
ਔਰ ਸਾਹਿਬ ਜੀ ਰਾਏ ਬੁਲਾਰ ਜੀ ਨੂੰ ਮਿਲਣ ਬਾਰੇ ਵੀ ਵਿਚਾਰ ਕਰ ਰਹੇ ਹਨ ਜੀ। ਹੁਤੋ ਏਕੰਤ ਤਬੈ ਅਵਨੀਪਾ, ਸਾਦਰ ਬੈਸੇ ਜਾਏ ਸਮੀਪਾ। ਇਸ ਵਿਚਾਰ ਨੂੰ ਆਪਣੇ ਜ਼ਿਹਨ ਦੇ ਅੰਦਰ ਰੱਖ ਕੇ ਗੁਰੂ ਨਾਨਕ ਦੇਵ ਸਾਹਿਬ ਸੁਲਤਾਨਪੁਰ ਲੋਧੀ ਦੀ ਵਾਪਸੀ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਵਾਪਸੀ ਦੇ ਸਮੇਂ ਵੀ ਰਾਏ ਬੁਲਾਰ ਨੂੰ ਮਿਲਣ ਵਾਸਤੇ ਪਹੁੰਚੇ। ਜਾਂਦਿਆਂ ਨੂੰ ਰਾਏ ਬੁਲਾਰ ਉਹ ਇਕੱਲਾ ਬੈਠਾ ਹੋਇਆ ਸੀ। ਉੱਠ ਕੇ ਉਹਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਵਾਗਤ ਕੀਤਾ, ਚਰਨ ਪਰਸੇ ਹਨ ਜੀ। ਹਾਥ ਬੰਦ ਬਚ ਬਦਤ ਬੁਲਾਰਾ, ਪਰਮ ਲਾਭ ਮੁਝ ਦਰਸ ਤੁਮਾਰਾ। ਉਹਨੇ ਹੱਥ ਜੋੜੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ, ਆਪਣਾ ਭਾਵ ਸਮਰਪਿਤ ਕੀਤਾ, ਅਧੀਨਤਾ ਦਾ ਭਾਵ ਪ੍ਰਗਟ ਕੀਤਾ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਕਿ ਮੇਰੇ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਭ ਉਦੋਂ ਮੈਨੂੰ ਪ੍ਰਾਪਤ ਹੁੰਦਾ ਹੈ ਜਦੋਂ ਮੈਂ ਆਪ ਜੀ ਨੂੰ ਆਪਣੇ ਨੇਤਰਾਂ ਦੇ ਨਾਲ ਨਿਹਾਰਦਾ, ਜਦੋਂ ਮੈਂ ਆਪ ਜੀ ਦੇ ਦਰਸ਼ਨ ਕਰ ਲੈਂਦਾ ਹਾਂ ਜੀ। ਗਿਆਨ ਸਰੋਮਣ ਕਿਰਪਾ ਨਿਦਾਨਾ, ਕਲਾਵਾਨ ਕਲ ਬਿਨ ਗੁਣ ਖਾਨਾ। ਕਹਿੰਦੇ ਕਿ ਤੁਸੀਂ ਸ਼੍ਰੋਮਣੀ ਗਿਆਨੀ ਹੋ, ਤੁਹਾਡੇ ਤੋਂ ਵੱਡਾ ਗਿਆਨੀ ਕੋਈ ਨਹੀਂ। ਸ਼੍ਰੋਮਣੀ ਦਾ ਅਰਥ ਸਾਧ ਸੰਗਤ ਪ੍ਰਥਮ ਹੁੰਦਾ ਹੈ, ਪਹਿਲਾ ਹੁੰਦਾ ਹੈ, ਵੱਡਾ ਹੁੰਦਾ ਹੈ, ਉਚਿਤ ਹੁੰਦਾ ਹੈ। ਉਹ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਕਿ ਸੰਸਾਰ ਦੇ ਗਿਆਨੀਆਂ ਦੇ ਵਿੱਚ ਤੁਸੀਂ ਸਭ ਤੋਂ ਵੱਡੇ ਸ਼੍ਰੋਮਣੀ ਗਿਆਨੀ ਹੋ ਔਰ ਤੁਹਾਡੇ ਸੁਭਾਅ ਦਾ ਇਹ ਹਿੱਸਾ ਹੈ ਕਿ ਤੁਸੀਂ ਕਿਰਪਾ ਨਿਧਾਨ ਹੋ, ਕਿਰਪਾ ਕਰਨ ਵਾਲੇ ਹੋ, ਬਖਸ਼ਿੰਦ ਹੋ, ਤੁਸੀਂ ਕਲਾ ਵਰਤਾਉਣ ਵਾਲੇ ਹੋ। ਸਾਰੀਆਂ ਸੰਸਾਰ ਦੀਆਂ ਕਲਾਵਾਂ ਇਹ ਤੁਹਾਡੇ ਅਧੀਨ ਹਨ ਔਰ ਤੁਸੀਂ ਕਾਲ ਤੋਂ ਬਿਨਾਂ ਹੋ, ਤੁਹਾਡੇ ਉੱਤੇ ਕਾਲ ਦਾ ਕੋਈ ਅਸਰ ਨਹੀਂ। ਕਹਿਣ ਦਾ ਭਾਵ ਕਿ ਜਿਹੜੇ ਗੁਣ ਅਸੀਂ ਮੂਲ ਮੰਤਰ ਦੇ ਅੰਦਰ ਪਰਮਾਤਮਾ ਦੇ ਉਹ ਪੜ੍ਹਦੇ ਹਾਂ, ਐਸੇ ਹੀ ਗੁਣ ਰਾਏ ਬੁਲਾਰ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ ਅੰਦਰ ਕਹਿੰਦਾ ਕਿ ਤੁਸੀਂ ਗੁਣਾਂ ਦੇ ਖਜ਼ਾਨੇ ਹੋ ਜੀ। ਫਸਿਓ ਰਹਿਤ ਮੈਂ ਜਗਤ ਕਲੇਸ਼ੂ, ਰਾਵਰ ਕੀ ਲਾਲਸ ਉਪਦੇਸ਼ੂ। ਉਹ ਕਹਿੰਦਾ ਕਿ ਮੈਂ ਤੇ ਸਦਾ ਹੀ ਸੰਸਾਰੀ ਕਲੇਸ਼ਾਂ ਦੇ ਵਿੱਚ ਫਸਿਆ ਰਹਿਣਾ। ਕਦੀ ਕੋਈ ਮੇਰੇ ਕੋਲ ਆਪਣਾ ਦੁੱਖ ਲੈ ਕੇ ਆਉਂਦਾ। ਸਾਧ ਸੰਗਤ ਜਦੋਂ ਅਸੀਂ ਪਿਛਲਾ ਅਧਿਆਏ ਪੜ੍ਹ ਰਹੇ ਸੀ ਉਹਦੇ ਅੰਦਰ ਵੀ ਇਹੀ ਜ਼ਿਕਰ ਆਇਆ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ ਗਏ ਸਨ ਤੇ ਉਹਨਾਂ ਦੇ ਕੋਲ ਕੁਝ ਲੋਕ ਆਪਣਾ ਮਸਲਾ, ਆਪਣਾ ਵਿਵਾਦ ਲੈ ਕੇ ਪਹੁੰਚੇ ਹੋਏ ਸਨ। ਉਸੇ ਗੱਲ ਨੂੰ ਉਲੇਖ ਦਿੰਦਿਆਂ ਫਿਰ ਮਹਾਂਕਵੀ ਜੀ ਲਿਖਦੇ ਹਨ ਕਿ ਰਾਏ ਬੁਲਾਰ ਇਹ ਗੱਲ ਹੁਣ ਖੁਦ ਕਹਿ ਰਿਹਾ ਕਿ ਮੈਂ ਤੇ ਸਦਾ ਹੀ ਸੰਸਾਰ ਦੇ ਕਲੇਸ਼ ਅੰਦਰ ਫਸਿਆ ਰਹਿਣਾ। ਮੈਂ ਹਰ ਵੇਲੇ ਸੰਸਾਰੀ ਲੜਾਈਆਂ, ਝਗੜਿਆਂ, ਮਸਲਿਆਂ ਦੇ ਵਿੱਚ ਮਸਰੂਫ ਰਹਿਣਾ ਹਾਂ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉਹ ਬਚਨ ਕਰਦਾ ਹੈ ਕਿ ਤੁਸੀਂ ਵੀ ਮੇਰੀ ਬੰਧਨਾਂ ਤੋਂ ਖਲਾਸੀ ਕਰ ਦਿਓ, ਮੇਰੀ ਵੀ ਮੁਕਤੀ ਹੋ ਜਾਏ। ਮੈਂ ਵੀ ਜਨਮ ਮਰਨ ਦੇ ਗੇੜੇ ਤੋਂ ਛੁੱਟਣਾ ਚਾਹੁੰਦਾ ਹਾਂ ਜੀ। ਕਰਤ ਕਿਉ ਨਾ ਮੁਝ ਲਖ ਅਧਿਕਾਰੀ, ਕਟੋ ਨਾ ਬੰਧਨ ਸ਼ਰਨ ਤੁਮਾਰੀ। ਉਹ ਕਹਿੰਦੇ ਨੇ ਕਿ ਮੇਰੇ ਤੁਸੀਂ ਅਜਿਹੀ ਕਿਰਪਾ ਕਿਉਂ ਨਹੀਂ ਕਰਦੇ? ਜਿਹੋ ਜੀ ਤੁਸੀਂ ਬਾਕੀਆਂ ਦੇ ਉੱਪਰ ਕਿਰਪਾ ਕਰ ਦਿੰਦੇ ਹੋ, ਤੁਸੀਂ ਤੇ ਮੁਕਤੀ ਦੇ ਦਾਤੇ ਹੋ ਨਾ, ਮੇਰੇ ਤੇ ਵੀ ਰਹਿਮ ਕਰ ਦਿਓ। ਸਾਧ ਸੰਗਤ ਇਹ ਰਾਏ ਬੁਲਾਰ ਇਲਾਕੇ ਦਾ ਮਾਲਕ ਸੀ, ਇਲਾਕੇ ਦਾ ਚੌਧਰੀ, ਜਿਵੇਂ ਕੋਈ ਰਾਜਾ ਹੁੰਦਾ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇੰਨਾ ਅਨਨ ਸੇਵਕ ਸੀ, ਹਰ ਵਕਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦਾ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਬੇਇੰਤਹਾਈ ਮੁਹੱਬਤ ਕਰਦਾ। ਇਹਦਾ ਇੰਨਾ ਸਨੇਹ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲਿਆ ਤੇ ਇਹ ਆਪਣੇ ਨੇਤਰ ਇਹਦੇ ਪਿਆਰ ਦੇ ਨਾਲ ਛਲਕ ਗਏ ਸਨ, ਨੈਣਾਂ ਦੇ ਵਿੱਚ ਹੰਝੂ ਆ ਗਏ ਸਨ। ਵਿਰਾਗੀ ਹੋ ਗਿਆ ਸੀ ਮਨ ਇਹਦਾ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਉਪਰੰਤ। ਹੁਣ ਜਦੋਂ ਸਾਹਿਬ ਫਿਰ ਵਾਪਸ ਸੁਲਤਾਨਪੁਰ ਲੋਧੀ ਜਾ ਰਹੇ ਨੇ ਤੇ ਇੱਕ ਸਿੱਖ ਦੀ ਨਿਆਈ, ਚਾਹੇ ਇਹ ਇਲਾਕੇ ਦਾ ਚੌਧਰੀ ਹੈ, ਰਾਜਾ ਹੈ, ਮਾਲਕ ਹੈ, ਕੁਝ ਵੀ ਇਹਦੇ ਕੋਲ ਅਹੁਦਾ ਹੈ, ਪਰ ਇੱਕ ਸਿੱਖ ਦੀ ਨਿਆਈ ਇੱਕ ਅਦਨੇ ਸਿੱਖ ਵਾਂਗ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸੋਂ ਬੇਨਤੀ ਕਰਕੇ ਇਹ ਮੁਕਤੀ ਦਾ ਦਾਨ ਮੰਗ ਰਿਹਾ ਹੈ ਤੇ ਕਹਿੰਦਾ ਕਿ ਮੇਰੀ ਮੁਕਤੀ ਤੁਸੀਂ ਕਿਉਂ ਨਹੀਂ ਕਰਦੇ? ਬਾਕੀ ਕਿੰਨਾ ਸੰਸਾਰ ਆਪ ਜੀ ਦੇ ਚਰਨਾਂ ਦੇ ਨਾਲ ਲੱਗ ਕੇ ਤਰ ਗਿਆ ਹੈ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਇੱਕ ਬਖਸ਼ਿਸ਼ ਕਰੋ, ਮੇਰੇ ਬੰਧਨ ਕੱਟ ਦਿਓ। ਮੈਂ ਜਨਮ ਤੇ ਮਰਨ ਇਹ ਦੋਵਾਂ ਪਦਵੀਆਂ ਤੋਂ ਮੁਕਤੀ ਚਾਹੁੰਦਾ ਹਾਂ ਜੀ। ਸੁਨ ਬੋਲੇ ਸ੍ਰੀ ਪੰਕਜ ਬਦਨਾ, ਸਿਮਰੋ ਸਤ ਨਾਮ ਸੁਖ ਸਦਨਾ। ਪੰਕਜ ਬਦਨਾਂ ਦਾ ਅਰਥ ਸੁੰਦਰ ਮੁਖੜੇ ਵਾਲੇ, ਨੂਰਾਨੀ ਚਿਹਰੇ ਵਾਲੇ। ਬਦਨ ਦਾ ਅਰਥ ਵੈਸੇ ਜਿਸਮ ਵੀ ਹੁੰਦਾ ਹੈ, ਸਰੀਰ ਵੀ ਹੁੰਦਾ ਹੈ, ਪਰ ਇੱਥੇ ਬਦਨ ਦਾ ਅਰਥ ਗੁਰੂ ਨਾਨਕ ਦੇਵ ਜੀ ਦੇ ਨੂਰਾਨੀ ਚਿਹਰੇ ਨੂੰ ਤਸਬੀਹ ਦੇ ਕੇ ਲਿਖਿਆ ਗਿਆ।
ਕਵੀ ਜੀ ਨੇ ਲਿਖਿਆ ਕਿ ਜਦੋਂ ਰਾਏ ਬੁਲਾਰ ਨੇ ਆਪਣੇ ਮਨ ਦੀ ਵੇਦਨਾ ਬਿਆਨ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਇਹ ਬਚਨ ਹੈ, ਸਾਧ ਸੰਗਤ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇਈ। ਦਾਤੇ ਦੇ ਹਰੇਕ ਦਾਤ ਹੱਥ ਦੇ ਉੱਪਰ ਟਿਕੀ ਹੋਈ ਹੈ, ਬਸ ਸ਼ਰਤ ਇਹ ਹੈ ਕਿ ਜਿਹੜਾ ਉਹਨੂੰ ਚੰਗਾ ਲੱਗ ਜਾਂਦਾ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਯਹੀ ਹੈ ਇਹ ਬਹੁਤ ਮੁਸ਼ਕਿਲ ਸੇ ਹੋਤੀ ਹੈ। ਸਾਡੀ ਕੀਤੀ ਹੋਈ ਅਰਦਾਸ ਦੇ ਵਿੱਚ ਵੀ ਕਈ ਵਾਰੀ ਸਾਡਾ ਮਨ ਉਹ ਸ਼ਾਮਲ ਨਹੀਂ ਹੁੰਦਾ, ਅਸੀਂ ਖੁਦ ਹੀ ਆਪਣੀ ਅਰਦਾਸ ਦੇ ਅੰਦਰ ਸ਼ਾਮਲ ਨਹੀਂ, ਪਰੰਤੂ ਅਸੀਂ ਇਹ ਜ਼ਰੂਰ ਲਾਲਸਾ ਰੱਖਦੇ ਹਾਂ ਕਿ ਰੱਬ ਮੇਰੀ ਅਰਦਾਸ ਕੰਨ ਦੇ ਕੇ ਸੁਣੇ ਤੇ ਨਾਲ ਦੀ ਨਾਲ ਪੂਰੀ ਕਰ ਦੇ। ਸਾਧ ਸੰਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਬਾਬਤ ਮਹਾਂਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਰਾਏ ਬੁਲਾਰ ਨੇ ਮਨ ਕਰਕੇ ਜੁੜ ਕੇ ਅੰਦਰੋਂ ਭਿੱਜ ਕੇ ਅਰਦਾਸ ਕੀਤੀ, ਦਿਆ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਵਗਦਾ ਦਿਆ ਦਾ ਸਾਗਰ ਹਨ। ਉਸੇ ਵੇਲੇ ਮਨ ਤਰੁੱਠ ਗਿਆ, ਉਸੇ ਵੇਲੇ ਦਿਆਲਤਾ ਦਾ ਦਰ ਖੁੱਲ੍ਹ ਗਿਆ, ਉਸੇ ਵੇਲੇ ਬਖਸ਼ਿਸ਼ ਦਾ ਦਰ ਉਹਦੇ ਉੱਪਰ ਖੁੱਲ੍ਹ ਗਿਆ ਤੇ ਰਹਿਮਤਾਂ ਨਾਜ਼ਲ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਸਾਹਿਬ ਜੀ ਦੇ ਬਾਬ ਤੋਂ ਲਿਖਦਾ, ਸੁਣ ਬੋਲੇ ਸ਼੍ਰੀ ਪੰਕਜ ਬਦਨਾ, ਨੂਰਾਨੀ ਚਿਹਰੇ ਵਾਲੇ ਸੁੰਦਰ ਮੁਖੜੇ ਵਾਲੇ ਗੁਰੂ ਨਾਨਕ ਦੇਵ ਜੀ ਰਾਏ ਬੁਲਾਰ ਦੀ ਬੇਨਤੀ ਨੂੰ ਸੁਣ ਕੇ ਬੋਲੇ, ਸਿਮਰੋ ਸਤਨਾਮ ਸੁਖ ਸਦਨਾ, ਆਪਣੀ ਰਸਨਾ ਤੋਂ ਸਤਨਾਮ ਨੂੰ ਧਿਆਇਆ ਕਰੋ। ਇਹ ਸਾਡੇ ਵਾਸਤੇ ਵੀ ਗੱਲ ਲਾਗੂ ਹੈ ਸਾਧ ਸੰਗਤ। ਜਿਹੜੇ ਆਖਦੇ ਨੇ ਕਿ ਮਨ ਚੰਗਾ ਹੋਣਾ ਚਾਹੀਦਾ ਹੈ, ਬਾਣੀ ਪੜ੍ਹਨ ਦਾ ਕੀ ਲਾਭ, ਕਰਮ ਚੰਗੇ ਹੋਣੇ ਚਾਹੀਦੇ ਨੇ, ਉੱਥੇ ਇਬਾਦਤ ਕੀ, ਤੇ ਜਿਹੜਾ ਅਸੀਂ ਲਫ਼ਜ਼ ਵਰਤਦੇ ਨੇ ਇਬਾਦਤ ਦੇ ਪ੍ਰਤੀ, ਸੰਸਾਰ ਦੇ ਲੋਕ ਹੋਰ ਤਰਕਵਾਦੀ ਤੋਤਾ ਰਟਨ ਇਤਿਆਦ, ਪਰ ਆ ਜਿੱਥੇ ਮਹਾਂਕਵੀ ਸੰਤੋਖ ਸਿੰਘ ਜੀ ਸਾਡੀ ਮੱਤ ਨੂੰ, ਸਾਡੀ ਬੁੱਧੀ ਨੂੰ, ਸਾਡੇ ਸ਼ਰਧਾ ਭਾਵ ਨੂੰ ਪਹੁੰਚਾਉਣਾ ਚਾਹੁੰਦੇ ਹਨ, ਇੱਥੇ ਇਹ ਪਾਕ ਬਚਨ ਦਰਜ ਨੇ ਕਿ ਗੁਰੂ ਨਾਨਕ ਦੇਵ ਸਾਹਿਬ ਰਾਏ ਬੁਲਾਰ ਨੂੰ ਇਹ ਬੇਨਤੀ ਉਹਦੀ ਸੁਣ ਕੇ ਕਹਿ ਰਹੇ ਹਨ ਕਿ ਤੁਸੀਂ ਸਤਨਾਮ ਦਾ ਰਟਨ ਕਰੋ, ਸਤਨਾਮ ਨੂੰ ਧਿਆਉਣਾ ਕਰੋ, ਸਤਨਾਮ ਦਾ ਜਾਪ ਜਪੋ। ਹੁਣ ਜਿਹੜਾ ਸਤਨਾਮ ਦਾ ਜਾਪ ਜਪੇਗਾ, ਇਹਦਾ ਅਰਥ ਉਹ ਮੁਕਤੀ ਦੇ ਮਾਰਗ ਤੇ ਚੱਲ ਕੇ ਇੱਕ ਦਿਨ ਯਕੀਨਨ ਮੋਖ ਪਦ ਪ੍ਰਾਪਤ ਕਰ ਲੈਂਦਾ ਹੈ। ਇਹ ਸਾਡੀ ਜ਼ਿੰਦਗੀ ਦਾ ਵੀ ਆਧਾਰ ਇਹ ਸਬਕ ਹੈ ਜੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਸਬਕ ਰਾਏ ਬੁਲਾਰ ਨੂੰ ਦਿੱਤਾ, ਉਹ ਸਬਕ ਅਸੀਂ ਵੀ ਸਿੱਖਣਾ ਕਰੀਏ ਜੀ। ਲਗਿਓ ਹਮਾਉ ਪੰਖ ਜਿਉ ਸੰਗਾ, ਜਬ ਛੂਟੇ ਧਨ ਤੇ ਸੋਖ ਤੰਗਾ। ਕਹਿੰਦੇ ਕਿ ਹਮਾਊ ਪੰਛੀ ਦੇ ਖੰਭ ਉਹ ਜਿਸ ਵੀ ਤੀਰ ਦੇ ਨਾਲ ਲੱਗੇ ਹੋਣ, ਇਹ ਪਰਮਾਤਮਾ ਦੇ ਨਾਮ ਨੂੰ ਹਮਾਊ ਪੰਛੀ ਦੇ ਖੰਭਾਂ ਦੇ ਨਾਲ ਤਸਬੀਹ ਦਿੱਤੀ ਜਾ ਰਹੀ ਹੈ। ਹਮਾਊ ਪੰਛੀ ਜਿਸ ਤੀਰ ਦੇ ਨਾਲ ਉਹਦੇ ਖੰਭ ਜੋੜ ਦਿੱਤੇ ਜਾਣ ਤੇ ਉਹਨੂੰ ਆਕਾਸ਼ ਵਿੱਚ ਜਦੋਂ ਛੱਡਿਆ ਜਾਂਦਾ ਹੈ ਜੀ, ਪਰ ਕੇ ਬਲ ਕਰ ਹੋਤ ਉਡਾਊ, ਪਹੁੰਚੇ ਸੋ ਦਹਿ ਦੇਸ਼ ਹਮਾਊ। ਉਹਨਾਂ ਨੂੰ ਜਦੋਂ ਕਿਸੇ ਤੀਰ ਦੇ ਨਾਲ ਜੋੜ ਕੇ ਤੀਰ ਨੂੰ ਹਵਾ ਦੇ ਵਿੱਚ ਆਕਾਸ਼ ਵਾਲੇ ਪਾਸੇ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਹ ਖੰਭਾਂ ਦੇ ਬਲ ਦੇ ਨਾਲ ਹੀ ਤੀਰ ਹਮਾਊ ਦੇਸ਼ ਪਹੁੰਚ ਜਾਂਦਾ ਹੈ, ਉਸ ਦੇਸ਼ ਚਲਾ ਜਾਂਦਾ ਹੈ ਜਿੱਥੋਂ ਦਾ ਇਹ ਪੰਛੀ ਰਹਿਣ ਵਾਲਾ ਹੈ। ਔਰ ਇਹਨਾਂ ਪੰਖਾਂ ਦੀ ਇਹ ਕਰਾਮਾਤ ਹੈ ਕਿ ਉਹ ਧਰਤੀ ਤੇ ਬਣਾਏ ਹੋਏ ਤੀਰ ਨੂੰ, ਧਰਤੀ ਤੋਂ ਛੱਡੇ ਹੋਏ ਤੀਰ ਨੂੰ ਵੀ ਹਮਾਊ ਦੇਸ਼ ਤੱਕ ਲੈ ਜਾਂਦੇ ਹਨ ਜੀ। ਬਹੁਰ ਨਾਏ ਪਰੇ ਕਬ ਤਰਨੀ, ਤੈਸੀ ਰੀਤ ਨਾਮ ਕੀ ਬਰਨੀ। ਜਿਵੇਂ ਉਹ ਤੀਰ ਪਰਤ ਕੇ ਕਦੀ ਵਾਪਸ ਧਰਤੀ ਤੇ ਨਹੀਂ ਆਉਂਦਾ, ਐਵੇਂ ਹੀ ਨਾਮ ਜਪਣ ਵਾਲੇ ਦੀ ਬਿਰਤੀ ਹੋ ਜਾਂਦੀ ਹੈ। ਸੰਸਾਰੀ ਲੋਕਾਂ ਦੀ ਬਿਰਤੀ ਉਹ ਧਨ ਇਕੱਠਾ ਕਰਨ ਦੀ ਲੱਗੀ ਹੋਈ ਹੈ, ਉਹ ਤੰਦਰੁਸਤੀ ਲੱਭਦੇ ਨੇ, ਉਹ ਸੰਸਾਰ ਅੰਦਰ ਆਪਣੀ ਮਾਣ, ਆਪਣੀ ਪ੍ਰਤਿਸ਼ਠਾ, ਆਪਣੀ ਇੱਜ਼ਤ ਦੇ ਪਿੱਛੇ ਦੌੜੇ ਰਹਿੰਦੇ ਨੇ। ਉਹ ਸੰਸਾਰ ਨੂੰ ਵਿਖਾਵਿਆਂ ਦੇ ਵਿੱਚ ਵੇਖ ਕੇ ਆਪ ਵੀ ਖਚਿਤ ਹੁੰਦੇ ਨੇ, ਸੰਸਾਰ ਦੇ ਪਦਾਰਥਾਂ ਵਿੱਚ ਹਮੇਸ਼ਾ ਹੀ ਫਸੇ ਰਹਿੰਦੇ ਨੇ। ਪਰ ਜਿੰਨੇ ਹਮਾਊ ਪੰਛੀ ਜਿਵੇਂ ਉਹਦੇ ਖੰਭਾਂ ਨੂੰ ਤੀਰ ਦੇ ਨਾਲ ਜੋੜ ਕੇ ਆਕਾਸ਼ ਵਿੱਚ ਛੱਡਿਆ ਜਾਂਦਾ ਤੇ ਉਹ ਤੀਰ ਪਰਤ ਕੇ ਕਦੀ ਧਰਤੀ ਤੇ ਆਉਂਦਾ ਹੀ ਨਹੀਂ, ਐਵੇਂ ਵਿਅਕਤੀ ਦੇ ਮਨ ਦੇ ਨਾਲ ਲੱਗੇ ਹੋਏ ਪਰਮਾਤਮਾ ਦੇ ਨਾਮ ਦੇ ਲੱਛਣ ਹਨ, ਗੁਣ ਹਨ। ਜਿਹੜੇ ਵਿਅਕਤੀ ਦੇ ਵਿਚਾਰਾਂ ਦੇ ਅੰਦਰ ਪਰਮਾਤਮਾ ਦਾ ਨਾਮ ਜੁੜ ਜਾਂਦਾ ਹੈ, ਵਿਚਾਰਾਂ ਰੂਪੀ ਤੀਰ ਦੇ ਨਾਲ ਪਰਮਾਤਮਾ ਦੇ ਨਾਮ ਰੂਪੀ ਖੰਭ ਜੁੜ ਜਾਂਦੇ ਹਨ। ਜਦੋਂ ਉਹ ਇਬਾਦਤ ਕਰਦਾ ਹੈ ਤੇ ਉਹਦੀ ਸੁਰਤੀ ਸੰਸਾਰ ਤੋਂ ਕੋਹਾਂ ਉਤਾਂਹ ਚਲੀ ਜਾਂਦੀ ਹੈ। ਜਿੱਥੇ ਸੰਸਾਰ ਦੇ ਲੋਕਾਂ ਦੀ ਸੁਰਤ, ਉਹਨਾਂ ਦੀ ਸੋਚ ਖਤਮ ਹੁੰਦੀ ਹੈ, ਇਬਾਦਤ ਵਾਲੇ ਦੀ ਸੋਚ ਉੱਥੋਂ ਆਰੰਭ ਹੁੰਦੀ ਹੈ। ਇੰਨਾ ਵੱਖਰਾ ਜੀਵਨ ਹੋ ਜਾਂਦਾ ਹੈ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਰਾਏ ਬੁਲਾਰ ਨੂੰ ਸਮਝਾ ਰਹੇ ਹਨ ਜੀ। ਇਕ ਚਿਤ ਸਮਰਹਿ ਜੇ ਦਿਨ ਰਾਤੀ, ਛੁਟੈ ਦੇਹ ਤੇ ਹੋਏ ਸੰਗਾਤੀ। ਬਾਣੀ ਦੇ ਅੰਦਰ ਸਾਧ ਸੰਗਤ ਬਚਨ ਹੈ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਹ ਇਬਾਦਤ ਦਾ ਇੱਕ ਸਭ ਤੋਂ ਸੁਖਾਲਾ ਢੰਗ ਹੈ। ਉੱਠਦਿਆਂ ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ ਤੇ ਪੀਂਦਿਆਂ ਪਰਮਾਤਮਾ ਨੂੰ ਧਿਆਉਣਾ, ਪਰਮਾਤਮਾ ਦੀ ਇਬਾਦਤ ਕਰਨੀ, ਉਹਨੂੰ ਯਾਦ ਰੱਖਣਾ ਆਪਣੇ ਮਨ ਅੰਦਰ, ਇਵੇਂ ਜਿਵੇਂ ਕੋਈ ਮਾਂ ਹਰ ਵਕਤ ਆਪਣੇ ਪੁੱਤਰ ਨੂੰ ਜੇਤੇ ਰੱਖਦੀ ਹੈ। ਊਡੇ ਉੱਡ ਆਵੈ ਸਹਿ ਕੋਸਾਂ ਤਿਸ ਪਾਛੈ, ਬਚਰੇ ਸ਼ਰਿਆ ਤਿਨ ਕਵਣ ਖਿਲਾਵੈ, ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਜਿਵੇਂ ਇੱਕ ਮਾਂ ਆਪਣੀ ਧੀ ਨੂੰ, ਆਪਣੇ ਪੁੱਤ ਨੂੰ, ਆਪਣੇ ਬੱਚਿਆਂ ਨੂੰ ਸਦਾ ਹੀ ਯਾਦ ਰੱਖਦੀ ਏ, ਇਵੇਂ ਆਪਣੇ ਮਨ ਅੰਦਰ ਪਰਮਾਤਮਾ ਦੀ ਯਾਦ ਨੂੰ ਸਦਾ ਹੀ ਵਸਾ ਕੇ ਰੱਖਣ ਦੇ ਨਾਲ ਇੱਕ ਦਿਨ ਇਬਾਦਤ ਕਰ ਕਰਕੇ ਪਰਮਾਰਥ ਦੇ ਮਾਰਗ 'ਤੇ ਚੱਲਦਿਆਂ ਪਰਮਾਤਮਾ ਦੇ ਦਰ ਦਾ ਉਹ ਸਾਨੂੰ ਮਿਲਾਪ ਹੋ ਜਾਂਦਾ ਹੈ। ਸੋ ਦਰ 'ਤੇ ਇਨਸਾਨ ਪਹੁੰਚ ਜਾਂਦਾ ਹੈ, ਸੋ ਦਰ ਤੋਂ ਅੱਗੇ ਸੋ ਪੁਰਖ ਦਾ ਵਸਲ ਪ੍ਰਾਪਤ ਹੋ ਜਾਂਦਾ ਹੈ ਜੀ। ਜੇ ਨਾਮੀ ਕੋ ਦੇਸ਼ ਸੁਹਾਵਨ, ਤਹਾਂ ਕਰੇ ਬਿਨ ਬਿਲਮ ਪੁਚਾਵਨ। ਜਿਵੇਂ ਭਗਤ ਬਾਬਾ ਰਵਿਦਾਸ ਜੀ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੈ ਠਾਓ, ਨਾ ਤਸਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉਹ ਕਹਿੰਦੇ ਨੇ, ਅਬ ਮੋਹਿ ਖੂਬ ਵਤਨ ਗੈ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਪਰਮਾਤਮਾ ਦੇ ਦਰ ਦੇ ਉੱਪਰ ਪਹੁੰਚਿਆ ਹੋਇਆ ਵਿਅਕਤੀ ਬੇਗਮਪੁਰੇ ਦਾ ਵਾਸੀ ਹੋ ਜਾਂਦਾ ਹੈ। ਉਹ ਸੰਸਾਰ ਦੇ ਅੰਦਰ ਵਸਦੇ ਲੋਕਾਂ ਦੇ ਨਾਲੋਂ ਅੱਡਰਾ ਜੀਵਨ ਰੱਖਦਾ, ਵੱਖਰੀ ਚਾਲ ਰੱਖਦਾ, ਉਹਦੀ ਮਾਨਸਿਕਤਾ ਜੁਦਾ ਹੋ ਜਾਂਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਰਾਏ ਬੁਲਾਰ ਨੂੰ ਸਮਝਾਉਂਦਿਆਂ ਉਹ ਬਚਨ ਕਰਦੇ ਹਨ ਕਿ ਅਧਿਆਤਮ ਦਾ ਪਾਂਧੀ ਜਿਹੜਾ ਉਹ ਜਿਸ ਦੇਸ਼ ਅੰਦਰ ਚਾਹੇ, ਅਧਿਆਤਮ ਦੇ ਮੰਡਲਾਂ ਦੇ ਜਿਸ ਦੇਸ਼ ਅੰਦਰ ਚਾਹੇ ਉਹ ਉੱਥੇ ਵਸਦਾ ਹੈ ਜੀ। ਬਹੁਰ ਨ ਜਗ ਮੈਂ ਪਾਵੈ ਦੇਹੀ, ਸਤਨਾਮ ਕੇ ਭੈ ਜੋ ਸਨੇਹੀ। ਜਿਹੜੇ ਸਤਨਾਮ ਦੇ ਪ੍ਰੇਮ ਅੰਦਰ ਭਿੱਜ ਜਾਂਦੇ ਹਨ, ਜਿਹੜੇ ਹਰ ਵੇਲੇ ਉੱਠਦਿਆਂ ਬਹਿੰਦਿਆਂ ਪਰਮਾਤਮਾ ਦਾ ਨਾਮ ਉਹਨੂੰ ਪੜ੍ਹਦੇ ਨੇ, ਯਾਦ ਕਰਦੇ ਨੇ, ਚੇਤੇ ਕਰਦੇ ਨੇ, ਆਪਣੇ ਮਨ ਅੰਦਰ ਸਦਾ ਹੀ ਵਸਾਉਂਦੇ ਨੇ, ਉਹ ਬਹੁਰ ਦੇਹੀ ਅੰਦਰ ਨਹੀਂ ਆਉਂਦੇ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ। ਬਹੁਰ ਹਮ ਕਾਹੇ ਆਵਾਂਗੇ, ਉਹ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਬਾਬਾ ਆਬ ਨਾ ਬਸੂੰ ਇਹ ਗਾਉਂ, ਉਹ ਇਸ ਸੰਸਾਰ ਅੰਦਰ ਪਰਤ ਕੇ ਆਉਂਦੇ ਨਹੀਂ, ਉਹ ਮੁਕਤੀ ਦੇ ਦੁਆਰੇ 'ਤੇ ਪਹੁੰਚ ਕੇ ਪਰਮਾਤਮਾ ਅੰਦਰ ਅਭੇਦ ਐਵੇਂ ਹੁੰਦੇ ਨੇ ਜਿਵੇਂ ਭਗਤ ਬਾਬਾ ਕਬੀਰ ਜੀ ਆਪਣੀ ਪਾਕ ਬਾਣੀ ਅੰਦਰ ਦਰਜ ਕਰਦੇ ਨੇ। ਕਬੀਰ ਮਨ ਨਿਰਮਲ ਭਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਾਂ ਉਹ ਆਖਦੇ ਨੇ, ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੇ ਪਛਾਨੀ। ਗੁਰੂ ਨਾਨਕ ਦੇਵ ਜੀ ਨੇ ਰਾਏ ਬੁਲਾਰ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਜਿਹੜਾ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਸਤਨਾਮ ਨੂੰ ਜਿਹੜਾ ਧਿਆਉਂਦਾ ਹੈ, ਉਹ ਪਰਤ ਕੇ ਦੇਹੀ ਅੰਦਰ ਨਹੀਂ ਆਉਂਦਾ, ਉਹ ਮੁਕਤੀ ਦੇ ਮਾਰਗ ਨੂੰ ਪ੍ਰਾਪਤ ਕਰ ਲੈਂਦਾ ਹੈ ਜੀ। ਸੁਨ ਉਪਦੇਸ਼ ਲਗੀਵ ਲਿਵ ਨਾਮੂ, ਜਾਗਿਓ ਪਰਮ ਪ੍ਰੇਮ ਅਬਿਰਾਮੂ। ਇਹ ਬਚਨ ਸੁਣ ਕੇ ਰਾਏ ਬੁਲਾਰ ਦੀ ਲਿਵ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਗਈ ਤੇ ਸਾਧ ਸੰਗਤ ਉਹਦਾ ਮਨ ਵੀ ਸੁੰਦਰ ਪਰਮਾਤਮਾ ਦੇ ਪ੍ਰੇਮ ਅੰਦਰ ਭਿੱਜ ਗਿਆ ਹੈ ਜੀ। ਐਤ ਗਿਰਾਵੈ ਦੀਨ ਬਹੋਰੀ, ਦਰਸ ਲਾਲ ਸਾਰੇ ਦੇ ਨ ਥੋਰੀ। ਫਿਰ ਉਹਨੇ ਅਧੀਨ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਦੀਨ ਹੋ ਕੇ ਭਿਖਾਰੀ ਬਣ ਕੇ ਉਹਨੇ ਆਪਣੇ ਬਚਨ ਉਚਾਰਨ ਕੀਤੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੇ ਹਿਰਦੇ ਦੇ ਵਿੱਚ ਹਰ ਵੇਲੇ ਤੁਹਾਡੇ ਦਰਸ਼ਨਾਂ ਦੀ ਲਾਲਸਾ ਬਣੀ ਰਹਿੰਦੀ ਹੈ ਜੀ। ਤੁਮ ਗਮਨੇ ਅਬ ਪੁਰ ਸੁਲਤਾਨਾ, ਮੋਹੇ ਹੋਤ ਬ੍ਰਹਿ ਕਸ਼ਟ ਮਹਾਨਾ। ਉਹ ਕਹਿੰਦਾ ਕਿ ਤੁਸੀਂ ਤੇ ਹੁਣ ਸੁਲਤਾਨਪੁਰ ਲੋਧੀ ਫੇਰ ਗਮਨ ਕਰ ਜਾਣਾ, ਵਾਪਸ ਚਲੇ ਜਾਣਾ, ਇਹ ਸੋਚ ਕੇ ਮੇਰੇ ਮਨ ਨੂੰ ਬੜਾ ਦੁੱਖ ਪ੍ਰਾਪਤ ਹੋ ਰਿਹਾ ਹੈ ਜੀ। ਪ੍ਰੀਤ ਬਿਲੋਕ ਹਿਰਦੈ ਮੈਂ ਸਾਚੀ, ਕਮਲ ਬਦਨ ਪੁਰ ਗਿਰਾ ਉਬਾਚੀ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਮਕਸ਼ ਬੇਨਤੀ ਕਰਦਿਆਂ ਆਖਦਾ ਹੈ ਕਿ ਹਿਰਦੇ ਦੇ ਵਿੱਚ ਬੜੀ ਪ੍ਰੀਤ ਹੈ ਆਪ ਜੀ ਵਾਸਤੇ। ਉਹਦੇ ਨੈਣਾਂ ਦੇ ਅੰਦਰ ਸਨੇਹ, ਉਹਦੇ ਕਰਮਾਂ ਦੇ ਅੰਦਰ ਅਧੀਨ ਭਾਵ ਵੇਖ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹ ਪ੍ਰਸੰਨਤਾ ਦੇ ਘਰ ਅੰਦਰ ਆਏ, ਦਇਆ ਦੇ ਘਰ ਅੰਦਰ ਆਏ ਤੇ ਸਾਹਿਬ ਦੇ
ਕਮਲ ਵਰਗੇ ਮੁਖੜੇ ਤੋਂ ਸਾਹਿਬ ਨੇ ਬਚਨ ਉਚਾਰਨ ਕੀਤੇ ਹਨ ਜੀ। ਚਿਤ ਚੇਤੇ ਰਾਖੋ ਅਵਨੀਪਾ, ਮੋਹਿ ਤੁਮਰੇ ਸਦਾ ਸਮੀਪਾ। ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਕਿ ਹੇ ਰਾਜਾ, ਆਪਣੇ ਚਿੱਤ ਦੇ ਵਿੱਚ, ਆਪਣੇ ਧਿਆਨ ਦੇ ਵਿੱਚ, ਆਪਣੀ ਸੁਰਤ ਦੇ ਵਿੱਚ ਸਦਾ ਹੀ ਉਸ ਪਰਮਾਤਮਾ ਨੂੰ ਚੇਤੇ ਕਰ, ਮੈਂ ਹਮੇਸ਼ਾ ਹੀ ਤੇਰੇ ਨਾਲ ਹੋਵਾਂਗਾ ਜੀ। ਅਸ ਪ੍ਰਕਾਰ ਦੇ ਕਰ ਉਰ ਧੀਰਾ, ਕਰ ਆਏ ਪੁਨ ਗੁਨੀ ਗਹੀਰਾ। ਇਸ ਤਰ੍ਹਾਂ ਰਾਏ ਬੁਲਾਰ ਜੀ ਨੂੰ ਧੀਰਜ ਦੇਣਾ ਕੀਤਾ, ਉਹਦੇ ਮਨ ਨੂੰ ਠਹਿਰਾ ਪ੍ਰਾਪਤ ਹੋਇਆ, ਵਿਚਾਰ ਕੀਤੀ, ਬਖਸ਼ਿਸ਼ਾਂ ਕੀਤੀਆਂ ਸਾਹਿਬ ਨੇ ਰਾਏ ਬੁਲਾਰ ਜੀ ਪਰ ਵੀ, ਤੇ ਪਰਤ ਕੇ ਆਪਣੇ ਘਰ ਵਿਖੇ ਆਉਣਾ ਕੀਤਾ ਹੈ ਜੀ। ਮਿਲੀ ਮਾਤੁਰ ਪ੍ਰੇਮ ਬੜਾਈ, ਬਿਸ਼ਰਤ ਸ਼ਬ ਜਿਉ ਤੇਨ ਲਵਾਈ। ਘਰ ਜਦੋਂ ਵਾਪਸ ਪਰਤੇ ਤੇ ਮਾਂ ਤ੍ਰਿਪਤਾ ਜੀ ਬੜੇ ਮੁਹੱਬਤ ਦੇ ਨਾਲ ਆਪਣੇ ਪੁੱਤਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲੇ। ਜਿਵੇਂ ਇੱਕ ਮਾਂ ਗਾਂ ਦੇ ਰੂਪ ਅੰਦਰ ਹੋਵੇ ਤੇ ਆਪਣੇ ਬੱਚੇ ਨੂੰ ਬੜਾ ਪਿਆਰ ਕਰਦੀ ਏ, ਮੁਹੱਬਤ ਕਰਦੀ ਏ, ਲਾਡ ਲਡਾਉਂਦੀ ਏ। ਹਰੇਕ ਮਾਂ ਆਪਣੇ ਧੀਆਂ ਪੁੱਤਰਾਂ ਨੂੰ ਪਿਆਰ ਕਰਦੀ ਹੈ, ਪਰ ਸਾਧ ਸੰਗਤ ਜਿਸ ਦਾ ਪੁੱਤ ਗੁਰੂ ਨਾਨਕ ਹੋਵੇ, ਉਸ ਮਾਂ ਦਾ ਹਿਰਦਾ ਕਿੰਨਾ ਸ਼ੁੱਧ ਹੋਏਗਾ, ਉਸ ਮਾਂ ਦੇ ਹਿਰਦੇ ਅੰਦਰ ਕਿੰਨਾ ਪਿਆਰ ਹੋਏਗਾ, ਕਿੰਨੀ ਉਹਦੀ ਇਬਾਦਤ ਹੋਏਗੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਦੇ ਗ੍ਰਹਿ ਵਿਖੇ ਉਹਦੀ ਕੁੱਖ ਤੋਂ ਜਨਮ ਲਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਘਰ ਵਿਖੇ ਆਏ ਤੇ ਮਾਂ ਤ੍ਰਿਪਤਾ ਦੇਵੀ ਜੀ ਨੇ ਉਹਨਾਂ ਦੇ ਮਸਤਕ ਨੂੰ ਚੁੰਮਿਆ ਹੈ ਜੀ। ਆਸ਼ਿਕ ਦੇਤ ਬਲੋਸਤ ਮਾਥਾ, ਮਨੇ ਮਨਾਮਤ ਸ੍ਰੀ ਜਗਨਾਥਾ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਸਤਕ ਨੂੰ ਪਲੋਸਦੀ ਹੈ ਮਾਂ, ਪਿਆਰ ਭਰਿਆ ਹੱਥ ਉਹਨਾਂ ਦੇ ਸਿਰ ਉੱਪਰੋਂ ਦੀ ਫੇਰਦੀ ਏ, ਉਹਨਾਂ ਦੇ ਬਦਨ ਉੱਪਰੋਂ ਦੀ ਫੇਰਦੀ ਏ, ਮੁਖ ਵਿੱਚੋਂ ਮੁਹੱਬਤ ਦੇ ਅਲਫਾਜ਼ ਅਸੀਸਾਂ ਦੇ ਰੂਪ ਅੰਦਰ ਦੇ ਕੇ ਅਕਾਲ ਪੁਰਖ ਅੱਗੇ ਬੇਨਤੀ ਕਰਦੀ ਹੈ ਜੀ। ਸੁਤ ਕੀ ਕੁਸ਼ਲ ਕਰੋ ਸਭ ਕਾਲਾ, ਮਹਾਪੁਰਖ ਤੁਮ ਦੀਨ ਦਿਆਲਾ। ਉਹ ਮਹਾਪੁਰਖ ਅਕਾਲ ਪੁਰਖ ਦੀਨ ਦਿਆਲ ਖੁਦਾਵੰਦ ਕਰਤਾ ਪੁਰਖ ਦੇ ਸਮਕਸ਼ ਬੇਨਤੀ ਕਰਕੇ ਇੱਕ ਮਾਂ ਹੋਣ ਦੇ ਨਾਤੇ ਮੁਹੱਬਤ ਵਸ ਉਹ ਬੇਨਤੀ ਕਰਕੇ ਆਖਦੀ ਹੈ ਕਿ ਹੇ ਅਕਾਲ ਪੁਰਖ ਸਦਾ ਮੇਰੇ ਪੁੱਤਰ ਦੇ ਅੰਗ ਸੰਗ ਸਹਾਈ ਰਹਿਣਾ ਕਰੋ ਜੀ। ਧਰਿਓ ਮਾਤ ਕੇ ਪਗ ਪਰ ਸੀਸਾ, ਨਿਕਸੇ ਨਿਜ ਕਰ ਤੇ ਜਗਦੀਸਾ। ਇਹ ਬੜਾ ਵੱਡਾ ਜ਼ਿੰਦਗੀ ਦਾ ਸਬਕ ਹੈ ਸਾਡੇ ਸੰਸਾਰੀ ਲੋਕਾਂ ਵਾਸਤੇ ਵੀ। ਉਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਲਿਖਿਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਾਂ ਜਿਨ੍ਹਾਂ ਬਾਬਤ ਅਸੀਂ ਪੜ੍ਹਦੇ ਹਾਂ ਆਪ ਨਾਰਾਇਣ ਕਲਾ ਧਾਰ, ਜਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਐਸੇ ਦੀਨ ਦਿਆਲ ਪੁਰਖ ਪਰਮਾਤਮਾ ਧੰਨ ਗੁਰੂ ਨਾਨਕ ਦੇਵ ਸਾਹਿਬ ਆਪਣੀ ਜਨਮਦਾਤੀ ਮਾਂ ਦੇ ਕੋਲੋਂ ਜਦੋਂ ਜੁਦਾ ਹੋਣ ਲੱਗੇ ਤੇ ਉਹਨਾਂ ਦੇ ਚਰਨਾਂ ਪਰ ਉਹਨਾਂ ਨੇ ਸੀਸ ਰੱਖ ਕੇ ਨਮਸਕਾਰ ਕੀਤੀ। ਉਸ ਤੋਂ ਬਾਅਦ ਨਮਸਕਾਰ ਕਰਨ ਤੋਂ ਬਾਅਦ ਵਿੱਚ ਸੀਸ ਰੱਖ ਕੇ ਮੱਥਾ ਟੇਕਣ ਤੋਂ ਬਾਅਦ ਵਿੱਚ ਉਹ ਆਪਣੇ ਘਰ ਤੋਂ ਜਾਣ ਲੱਗੇ ਹਨ ਜੀ। ਪ੍ਰੇਮੀ ਮਿਲੇ ਆਨ ਜੇ ਪੁਰ ਕੇ, ਪਰਸ ਪਰਸ ਗਮਨੇ ਪਗ ਗੁਰ ਕੇ। ਐਵੇਂ ਹੀ ਆਸ-ਪਾਸ ਸਾਰਿਆਂ ਨੂੰ ਇਸ ਗੱਲ ਦੀ ਸੋਏ ਪ੍ਰਾਪਤ ਹੋ ਗਈ, ਖਬਰ ਮਿਲ ਗਈ ਕਿ ਗੁਰੂ ਨਾਨਕ ਦੇਵ ਸਾਹਿਬ ਜਾ ਰਹੇ ਹਨ। ਉਹਨਾਂ ਨੂੰ ਪ੍ਰੇਮ ਕਰਨ ਵਾਲੇ ਉਹਨਾਂ ਨੂੰ ਮਿਲਣ ਵਾਸਤੇ ਆਏ ਔਰ ਆਸ-ਪਾਸ ਤੋਂ ਚੱਲ ਕੇ ਉਹਨਾਂ ਦੇ ਦੀਦਾਰ ਕਰਨ ਵਾਸਤੇ ਆ ਰਹੇ ਹਨ ਜੀ। ਵਹਿਨ ਪਏ ਆਰੂੜ ਸੁਆਮੀ, ਦੀਨ ਬੰਦ ਪ੍ਰਭ ਅੰਤਰ ਜਾਮੀ। ਗੁਰੂ ਨਾਨਕ ਦੇਵ ਸਾਹਿਬ ਜੀ ਆਪ ਆਪਣੇ ਵਾਹਣ ਤੇ ਚੜ੍ਹ ਗਏ। ਜਿਸ ਗੱਡੇ ਪਰ ਉਹਨਾਂ ਨੇ ਚੜ੍ਹ ਕੇ ਸੁਲਤਾਨਪੁਰ ਲੋਧੀ ਜਾਣਾ ਸੀ, ਆਪਣੇ ਵਾਹਣ ਪਰ ਬੈਠ ਗਏ। ਉਹ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਸਾਰਿਆਂ ਦੇ ਬਖਸ਼ਿੰਦ ਪਿਤਾ ਹਨ ਜੀ। ਬਹੁਤੋ ਬਿਤ ਇਕਤਰ ਸੋ ਕਰੀਏ, ਪਰ ਮਨ ਕੋ ਖਰਚ ਵਿਚਰੀਏ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਧਨ ਸੰਸਾਰ ਦੇ ਲੋਕਾਂ ਦੇ ਵਿੱਚ ਵਿਚਰ ਕੇ ਇਕੱਠਾ ਕੀਤਾ। ਪਰਿਵਾਰ ਦੇ ਖਰਚਿਆਂ ਬਾਰੇ ਵੀ ਉਹਨਾਂ ਨੇ ਆਪਣੀ ਵਿਥਿਆ ਜਿਹੜੀ ਸੀ ਉਹਨੂੰ ਧਾਰਨ ਕੀਤਾ ਔਰ ਇਸ ਵੇਲੇ ਉਹਨਾਂ ਨੇ ਵਾਪਸ ਸੁਲਤਾਨਪੁਰ ਲੋਧੀ ਨੂੰ ਚਾਲਾ ਪਾਉਣਾ ਹੈ ਜੀ। ਸੁਨੋ ਤਾਤ ਅਬ ਪਾਸਨ ਬੰਦਾ, ਜਾਂ ਮਹਿ ਨਾਨਾ ਬਿਦ ਕੇ ਧੰਦਾ। ਪਿਤਾ ਮਹਿਤਾ ਕਲਿਆਣ ਦਾਸ ਜੀ ਆਪਣੇ ਪੁੱਤਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਆਏ ਤੇ ਆ ਕੇ ਉਹਨਾਂ ਨੇ ਭਾਖਿਆ ਉਚਾਰਨ ਕੀਤੀ। ਕਹਿਣ ਲੱਗੇ, ਸੁਨੋ ਤਾਤ ਅਬ ਭਾ ਸੰਬੰਦਾ, ਜਾਂ ਮੈਂ ਨਾਨਾ ਬਿਦ ਕੇ ਧੰਦਾ। ਇਹ ਮੇਰੇ ਪੁੱਤਰ ਆ, ਮੈਂ ਤੈਨੂੰ ਦੱਸਾਂ ਸੰਸਾਰ ਵਿੱਚ ਕੁਝ ਕਰਮ ਲਾਏ ਦਾ ਵੀ ਕਰਨਾ ਚਾਹੀਦਾ ਹੈ,
ਕੁਝ ਖੱਟੀ ਵੀ ਖੱਟਣੀ ਚਾਹੀਦੀ ਹੈ ਜੀ। ਚੌਪਈ ਪੂਰਬ ਕੀ ਉਦਾਰਤਾ ਤਿਆਗੋ, ਗ੍ਰਸਤੀ ਮਨ ਜਨ ਕੇ ਮਗ ਲਾਗੋ। ਕਹਿਣ ਲੱਗੇ ਕਿ ਤੁਹਾਡਾ ਜਿਹੜਾ ਪੂਰਬਲਾ ਸੁਭਾਅ ਹੈ ਕਿ ਕੋਈ ਵੀ ਤੁਹਾਡੇ ਕੋਲੋਂ ਮੰਗਣ ਵਾਸਤੇ ਆਏ ਲੋੜਵੰਦ ਤੇ ਤੁਸੀਂ ਉਸੇ ਵੇਲੇ ਹੀ ਆਪਣੀ ਵਿਥਿਆ ਵੇਖੇ ਬਗੈਰ ਉਹਨੂੰ ਉਹਦੀ ਜਾਚਨਾ ਅਨੁਸਾਰ ਦਾਨ ਦੇ ਦਿੰਦੇ ਹੋ। ਹੁਣ ਅੱਗੇ ਤੋਂ ਇਹ ਲਾਲਸਾ, ਇਹ ਸੁਭਾਅ ਜਿਹੜਾ ਇਹਨੂੰ ਤਿਆਗ ਦਿਓ ਤੇ ਆਪਣੇ ਕੋਲ ਕੁਝ ਜਮ੍ਹਾਂ ਖਰਚ ਵੀ ਇਕੱਠਾ ਕਰਨਾ ਕਰੋ ਜੀ। ਧਨੀ ਪੁਰਖ ਸਭ ਮਹਿ ਪ੍ਰਧਾਨਾ, ਧਨੀ ਮੂੜ ਕੋ ਕੀਜਹਿ ਕਹਿਤ ਸੁਜਾਨਾ। ਕਹਿੰਦੇ ਨੇ ਕਿ ਧਨ ਵਾਲਾ ਵਿਅਕਤੀ ਉਹ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਨਿਆ ਜਾਂਦਾ ਹੈ। ਉਹ ਚਾਹੇ ਮੂਰਖ ਵੀ ਹੋਵੇ, ਦੁਨੀਆ ਦੇ ਲੋਕ ਉਹਨੂੰ ਸਿਆਣਾ ਸਿਆਣਾ ਹੀ ਆਖਦੇ ਹਨ। ਬਾਣੀ ਦਾ ਵੀ ਬਚਨ ਹੈ, ਸਾਧ ਸੰਗਤ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਨਿਰਧਨ ਗਰੀਬ ਵਿਅਕਤੀ ਨੂੰ ਸੰਸਾਰ ਅੰਦਰ ਕੌਣ ਸਤਿਕਾਰ ਦਿੰਦਾ ਹੈ? ਉਹ ਜਿੰਨਾ ਮਰਜ਼ੀ ਯਤਨ ਕਰੇ ਕਿ ਕੋਈ ਮੇਰਾ ਸਤਿਕਾਰ ਕਰੇ, ਕੋਈ ਮੇਰਾ ਅਦਬੋ ਇਹਤਰਾਮ ਕਰੇ, ਪਰ ਸਕਾ ਭਰਾ ਵੀ ਹੋਵੇ, ਇੱਕ ਭਰਾ ਗਰੀਬ ਹੈ, ਇੱਕ ਭਰਾ ਅਮੀਰ ਹੈ, ਤੇ ਅਮੀਰ ਭਰਾ ਗਰੀਬ ਭਰਾ ਨੂੰ ਕਦੀ ਸਤਿਕਾਰ ਨਹੀਂ ਦਿੰਦਾ। ਗਰੀਬ ਨੂੰ ਦੁਰਕਾਰ ਕੇ ਰੱਖਦਾ, ਆਪਣੇ ਘਰ ਅੰਦਰ ਵੀ ਪ੍ਰਵੇਸ਼ ਨਹੀਂ ਕਰਨ ਦਿੰਦਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜਿੱਥੇ ਸੁਲਤਾਨਪੁਰ ਲੋਧੀ ਅੰਦਰ ਮੋਦੀਖਾਨੇ ਦੀ ਕਾਰ ਕਰਦਿਆਂ ਵੱਡੇ ਦਾਨੀ ਦੇ ਤੌਰ ਤੇ ਸੰਸਾਰ ਦੇ ਲੋਕਾਂ ਵਿੱਚ ਪ੍ਰਸਿੱਧ ਹਨ, ਉੱਥੇ ਪਿਤਾ ਮਹਿਤਾ ਕਲਿਆਣ ਦਾਸ ਜੀ ਉਹਨਾਂ ਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਸੰਸਾਰ ਵਿੱਚ ਕੋਈ ਵੀ ਗਰੀਬ ਨੂੰ, ਨਿਰਧਨ ਨੂੰ ਆਦਰ ਨਹੀਂ ਦਿੰਦਾ। ਚਾਹੇ ਧਨਵਾਨ ਪਾਗਲ ਵੀ ਹੋਵੇ, ਮੂਰਖ ਵੀ ਹੋਵੇ, ਨਿਗੁਣਾ ਹੋਵੇ, ਕੋਝਾ ਹੋਵੇ, ਉਹਦਾ ਕੋਈ ਵੀ ਰੰਗ ਨਸਲ ਹੋਵੇ, ਜਿਹਦੇ ਕੋਲ ਧਨ ਹੈ, ਦੁਨੀਆ ਦੇ ਲੋਕ ਮੂਰਖ ਨੂੰ ਵੀ ਆਦਰ ਦਿੰਦੇ ਹਨ, ਪਰ ਨਿਰਧਨ ਕੋਈ ਸਿਆਣਾ ਵੀ ਹੋਵੇ ਤੇ ਉਹਦਾ ਸਤਿਕਾਰ ਨਹੀਂ ਕੀਤਾ ਜਾਂਦਾ ਹੈ ਜੀ। ਮਿਲੇ ਧਨੀ ਕੋ ਸਕਲ ਭਲਾਈ, ਧਨ ਬਿਨ ਕਾਰਜ ਹੈ ਨਹਿਰਾਈ। ਧਨ ਵਾਲੇ ਨੂੰ ਸਾਰੇ ਹੀ ਵਡਿਆਈ ਦਿੰਦੇ ਨੇ, ਧਨ ਤੋਂ ਬਿਨਾ ਕੋਈ ਵੀ ਕਾਰਜ ਸੰਸਾਰ ਵਿੱਚ ਕਰਨਾ ਅਸੰਭਵ ਹੈ ਜੀ। ਜੋ ਤਨ ਨਿਭੈ ਪ੍ਰਾਨ ਆਧਾਰਾ, ਤਿਉ ਧਨ ਤੇ ਸਭ ਜਗ ਵਿਵਹਾਰਾ। ਇਹ ਪਿਤਾ ਮਹਿਤਾ ਕਲਿਆਣ ਦਾਸ ਜੀ ਦੀ ਬਿਰਤੀ ਨੂੰ ਵਿਖਿਆਨ ਅੰਦਰ ਮਹਾਕਵੀ ਸੰਤੋਖ ਸਿੰਘ ਜੀ ਲਿਖਦਿਆਂ ਦਰਜ ਕਰਦੇ ਹਨ ਕਿ ਪਿਤਾ ਮਹਿਤਾ ਕਲਿਆਣ ਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਦਿੰਦਿਆਂ ਕਹਿੰਦੇ ਨੇ ਕਿ ਧਨ ਇਹ ਤੇ ਐਵੇਂ ਹੈ ਜਿਵੇਂ ਵਿਅਕਤੀ ਨੂੰ ਜ਼ਿੰਦਗੀ ਦੇ ਵਿੱਚ ਸਾਹ ਚਾਹੀਦੇ ਹਨ, ਇੱਦਾਂ ਧਨ ਦੀ ਵੀ ਜ਼ਰੂਰਤ ਪੈਂਦੀ ਹੈ। ਵੈਸੇ ਵੀ ਸਿੱਖੀ ਸਿਧਾਂਤ ਦੇ ਅੰਦਰ ਸਿੱਖ ਨੂੰ ਜਿੱਥੇ ਤਿਆਗੀ ਹੋਣ ਦਾ ਵੀ ਸਾਹਿਬ ਨੇ ਸਬਕ ਦਿੱਤਾ ਹੈ, ਉੱਥੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸਾਹਿਬ ਨੇ ਆਪਣੇ ਸਿੱਖ ਦੀ ਜੀਵਨ ਜਾਚ ਨੂੰ ਘੜਦਿਆਂ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉੱਥੇ ਸਾਹਿਬ ਕਹਿੰਦੇ ਉਦਮ ਸੰਸਾਰ ਵਿੱਚ ਰਹਿਣਾ ਬੜਾ ਕਰਨਾ ਜ਼ਰੂਰੀ ਹੈ। ਉਹ ਸਿੱਖ ਹਮੇਸ਼ਾ ਗੁਰੂ ਦੇ ਘਰ ਅੰਦਰ ਪਰਵਾਨਿਆ ਜਾਂਦਾ ਜਿਹੜਾ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਬਾਣੀ ਪੜ੍ਹਦਾ ਤੇ ਉਹਦੇ ਨਾਲ ਨਾਲ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ ਦੇ ਸਬਕ ਨੂੰ ਵੀ ਆਪਣੇ ਜੀਵਨ ਅੰਦਰ ਧਾਰਨ ਕਰਦਾ। ਇਹ ਮਾਇਆ ਨੂੰ ਗੁਜਰਾਨ ਮੰਨਿਆ ਗਿਆ ਹੈ, ਪਰ ਪਿਤਾ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਹਨ ਕਿ ਮਾਇਆ ਇੰਨੀ ਜ਼ਰੂਰੀ ਹੈ ਜਿੰਨੀ ਵਿਅਕਤੀ ਨੂੰ ਜ਼ਿੰਦਗੀ ਦੇ ਅੰਦਰ ਸਾਹਾਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਿਨਾਂ ਜ਼ਿੰਦਗੀ ਅੰਦਰ ਵਿਹਾਰ ਕਰਨਾ ਬਹੁਤ ਕਠਿਨ ਹੈ ਜੀ। ਜਿਉ ਜਲ ਹੀਰ ਨਾ ਤਾਲ ਸੁਹਾਵਾ, ਤਿਉ ਤਨ ਬਿੰਦਰ ਸ਼ੋਭ ਨਾ ਪਾਵਾ। ਕਹਿੰਦੇ ਜਿਵੇਂ ਕੋਈ ਸਰੋਵਰ ਹੋਵੇ ਪਰ ਉਹਦੇ ਅੰਦਰ ਪਾਣੀ ਨਾ ਹੋਵੇ, ਉਹਦੀ ਤਲਾ, ਉਹਦੀ ਸਤ੍ਹਾ ਦੇ ਉੱਪਰ ਗਾਰ ਜੰਮ ਕੇ ਉਹ ਕਾਲਾ ਹੋ ਜਾਂਦਾ ਹੈ, ਉਹਦੇ ਆਸ-ਪਾਸ ਚੁਗਿਰਦੇ ਦੀ ਬਨਸਪਤੀ ਸੁੱਕ ਜਾਂਦੀ ਹੈ, ਫੁੱਲ ਸੜ ਜਾਂਦੇ ਹਨ, ਸੁਗੰਧੀਆਂ ਦੁਰਗੰਧੀਆਂ ਅੰਦਰ ਤਬਦੀਲ ਹੋ ਜਾਂਦੀਆਂ ਹਨ। ਐਵੇਂ ਹੀ ਉਹ ਵਿਅਕਤੀ ਹੈ ਜਿਹਦੇ ਕੋਲ ਧਨ ਨਹੀਂ, ਉਹਦੀ ਮਨੋਦਸ਼ਾ, ਉਹਦੇ ਅੰਦਰ ਨਕਾਰਾਤਮਕਤਾ ਭਰ ਜਾਂਦੀ ਹੈ, ਨੈਗੇਟਿਵਿਟੀ ਭਰ ਜਾਂਦੀ ਹੈ, ਉਹਦਾ ਮਨ ਜਿਹੜਾ ਉਦਾਸ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਜਿਵੇਂ ਇੱਕ ਉਜੜਿਆ ਹੋਇਆ ਸਰੋਵਰ ਹੋਵੇ, ਐਵੇਂ ਉਸ ਵਿਅਕਤੀ ਦੀ ਹਾਲਤ ਹੋ ਜਾਂਦੀ ਹੈ ਜੀ। ਸਜਲ ਮੇਘ ਬਿਨ ਜੋ ਕ੍ਰਿਖ ਨਾਹੀ, ਤਨ ਬਹੀਨ ਤਿਉ ਬਨਜ ਨ ਆਹੀ। ਜਿਵੇਂ ਕਿਸੇ ਨੇ ਖੇਤੀ ਤੇ ਬੀਜੀ ਹੈ ਪਰ ਉਹਦੇ ਉੱਪਰ ਬਾਰਿਸ਼ ਨਹੀਂ ਹੋਈ, ਉਹਨੂੰ ਪਾਣੀ ਲਾ ਕੇ ਸਿੰਜਿਆ ਨਹੀਂ ਗਿਆ, ਉਹ ਖੇਤੀ ਵੀ ਉਜੜ ਜਾਂਦੀ ਹੈ। ਧਨ ਤੋਂ ਬਿਨਾਂ ਕੋਈ ਵੀ ਵਣਜ ਕਰਨਾ, ਕੋਈ ਵਪਾਰ ਕਰਨਾ, ਕੋਈ ਬਿਜ਼ਨਸ ਕਰਨਾ, ਇਹ ਬਹੁਤ ਕਠਿਨ ਹੈ ਜੀ। ਜਾਵਿਦ ਨਾਨਾ ਜੁਗਤ ਉਚਰ ਕੈ, ਸਮਝਾਵਤ ਕਾਲੂ ਹਿਤ ਕਰ ਕੈ। ਇਸ ਤਰ੍ਹਾਂ ਬਹੁਤ ਸਾਰੀਆਂ ਉਦਾਹਰਨਾਂ ਦੇਖ ਕੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ
ਆਪਣੇ ਪੁੱਤਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਮਝਾਉਣਾ ਕੀਤਾ ਹੈ ਜੀ। ਰਾਵਰ ਭਗਤ ਬਚਨ ਜਥਾ ਜੀ, ਭਲੀ ਬਾਤ ਪਿਤ ਕਰੋ ਤਥਾ ਜੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਸਾਰੇ ਬਚਨਾਂ ਨੂੰ ਸੁਣਿਆ, ਸਮਝਿਆ, ਮੰਨਿਆ ਤੇ ਹੱਥ ਜੋੜ ਕੇ 7 ਬਚਨ ਆਖੇ ਤੇ ਉਹਨਾਂ ਕੋਲੋਂ ਆਗਿਆ ਮੰਗੀ। ਐਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਸੁਲਤਾਨਪੁਰ ਲੋਧੀ ਨੂੰ ਚਾਲਾ ਪਾਉਣ ਲੱਗੇ ਹਨ। ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਜਾਏਗਾ। ਆਉਣ ਵਾਲੇ ਦੀਵਾਨਾਂ ਦੇ ਵਿੱਚ ਵਿਚਾਰ ਕੀਤੀ ਜਾਏਗੀ ਕਿਵੇਂ ਮਾਤਾ ਸੁਲੱਖਣੀ ਜੀ ਆਪਣੀ ਸੱਸ ਮਾਂ ਮਾਤਾ ਤ੍ਰਿਪਤਾ ਜੀ ਨੂੰ ਮਿਲ ਕੇ ਗਏ। ਸੁਲਤਾਨਪੁਰ ਲੋਧੀ ਅੰਦਰ ਪਹੁੰਚ ਕੇ ਬੇਬੇ ਨਾਨਕੀ ਜੀ ਨੇ ਕਿਵੇਂ ਉਹਨਾਂ ਦਾ ਇਸਤਕਬਾਲ ਕੀਤਾ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਸੁਲਤਾਨਪੁਰ ਲੋਧੀ ਅੰਦਰ ਸੁਲਤਾਨਪੁਰ ਲੋਧੀ ਦੇ ਵਾਸੀ ਕਿਵੇਂ ਆਪਣਾ ਅਦਬ ਸਤਿਕਾਰ ਭੇਟ ਕਰਦੇ ਹਨ। ਇੱਥੇ ਤੱਕ ਦੀ ਵਿਥਿਆ ਜੋ ਮਹਾਕਵੀ ਸੰਤੋਖ ਸਿੰਘ ਜੀ ਚੂੜਾਮਣ ਸਾਹਿਬ ਉਹਨਾਂ ਨੇ ਦਰਜ ਕੀਤੀ, ਉਹ ਆਪ ਜੀ ਦੇ ਸਮਕਸ਼ ਹਾਲ ਬਿਆਨ ਕਰਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਅਵੱਗਿਆਵਾਂ ਦਰ ਗੁਜ਼ਰ ਕਰਨੀਆਂ। ਇਹ ਪੰਕਤੀਆਂ ਦਾ ਪਾਠ ਕਰਨ ਉਪਰੰਤ ਸਮਾਪਤੀ ਹੈ ਜੀ। ਰਾਵਰ ਭਗਤ ਬਚਨ ਜਥਾ ਜੀ, ਭਲੀ ਬਾਤ ਬਿਦ ਕਰੋ ਤਥਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।